ਹਾਂਜੀ ਮੈਮ, ਮੈਂ ਸਾਲ 2014 ਦੇ ਵਿੱਚ ਲਵ ਮੈਰਿਜ ਕਰਵਾਈ ਸੀਗੀ। ਇਹ ਸਾਡਾ ਦੋਨਾਂ ਦਾ ਸੁਪਨਾ ਸੀਗਾ ਜੀ, ਬਾਹਰ ਜਾਣ ਦਾ, ਵੀ ਬਾਹਰ ਜਾ ਕੇ ਸੈੱਟ ਹੋ ਲਾਂਗੇ ਜੀ। ਮੈਨੂੰ ਤਾਂ ਇਹ ਗੱਲ ਦਾ ਬਾਅਦ 'ਚ ਪਤਾ ਲੱਗਦਾ ਜੀ, ਜਦੋਂ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਹੈਗੀ, ਵੀ ਉਹਨਾਂ ਨੇ ਇੱਕ ਦੋ ਵਾਰ ਮੇਰੇ ਮੰਮਾ ਨੂੰ ਵੀ ਫੋਨ ਲਾ ਕੇ ਧਮਕਾਇਆ ਗਿਆ ਜੀ ਉਹਨਾਂ ਵੱਲੋਂ। 31 ਦਸੰਬਰ 2019 ਦੇ ਵਿੱਚ ਇੰਡੀਆ ਆਉਂਦੀ ਹੈ ਜੀ। ਉਦੋਂ ਮੈਨੂੰ ਬਾਅਦ 'ਚ ਪਤਾ ਲੱਗਦਾ ਵੀ ਉਹ ਵਿਆਹ ਕਰਵਾ ਕੇ ਗਈ ਹੈਗੀ ਦੁਬਾਰਾ ਇੰਡੀਆ, ਮੈਥੋਂ ਤਲਾਕ ਲਏ ਬਿਨਾਂ ਹੀ। ਮੈਂ 2011 ਤੋਂ ਜਾਣਦਾ ਸੀਗਾ ਜੀ। 2011 ਤੋਂ ਅਸੀਂ ਗੱਲਬਾਤ ਕਰਦੇ ਸੀਗੇ ਜੀ, ਇੱਕ ਦੂਜੇ ਨਾਲ ਵਧੀਆ ਗੱਲਬਾਤ ਹੁੰਦੀ ਰਹੀ ਹੈਗੀ, ਐਂਡ ਤੱਕ ਸਾਡੀ ਠੀਕ ਗੱਲਬਾਤ ਹੁੰਦੀ ਰਹੀ ਹੈ ਜੀ। 2015 'ਚ ਆ ਕੇ ਮੈਂ ਉਹਨੂੰ ਲਾਸਟ ਫੀਸ ਤੋਰਦਾ ਜੀ, ਉਦੋਂ ਤੱਕ ਸਾਡੀ ਵਧੀਆ ਗੱਲਬਾਤ ਹੁੰਦੀ ਰਹੀ ਹੈ ਜੀ। 2016 'ਚ ਆ ਕੇ ਬਸ ਅਚਾਨਕ ਹੀ ਮੇਰੇ ਨਾਲ ਉਹਨੇ ਰਿਸ਼ਤਾ ਖਤਮ ਵਾਂਗੂ ਕਰ ਜਾਂ ਫਿਰ ਇਹ ਗਏ ਨੇ ਮੇਰੇ ਬੇਟਾ ਲੈਣ ਗਿਆ ਤੇ ਇਹਨੇ ਦੇਖਿਆ ਇਹ ਜਮੀ ਬੇਹੋਸ਼ ਹੋਇਆ ਸੀ। ਜੇ ਅਸੀਂ 2 ਦਿਨ 4 ਦਿਨ ਨਾ ਚੱਕ ਕੇ ਲਿਆਉਂਦੇ ਇਹਨੂੰ, ਇਹ ਡੈਥ ਹੋ ਜਾਂਦੀ ਉੱਥੇ। ਮੇਰੇ ਵੱਡੇ ਭਾਈ ਨਾ ਇਦਾਂ ਹੋਇਆ ਜੀ, ਬਹੁਤ ਦੁੱਖ ਦੀ ਗੱਲ ਹੈ ਜੀ। ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੇਮਨਪ੍ਰੀਤ ਕੌਰ ਖੰਨਾ। ਬੋਲੀ ਹੌਲੀ ਬਾਬਾ ਦੇਖ ਰਹੇ ਹੋ। ਪਿਛਲੇ ਕੁ ਦਿਨੀ ਕਾਫੀ ਜਿਹੜੇ ਕੈਨੇਡਾ ਆਸਟ੍ਰੇਲੀਆ ਦੇ ਜਿਹੜੇ ਕੇਸ ਨੇ ਉਹ ਬੜੇ ਸਾਹਮਣੇ ਆਏ ਨੇ। ਪਿੱਛੇ ਜਿਹੜਾ ਲਾਡੀ ਦਾ ਕੇਸ ਆ ਬੜਾ ਹਾਈਲਾਈਟ ਹੋ ਰਿਹਾ ਆ, ਉਸ ਕਰਕੇ ਜਿਹੜੇ ਵੀਰ ਭੈਣਾਂ ਜਿਹੜੀਆਂ ਚੁੱਪ ਬੈਠੀਆਂ ਸੀ ਉਹਨਾਂ ਨੇ ਜਿਹੜੀ ਉਹ ਜਾਗਰੂਕ ਹੋਏ ਨੇ ਤੇ ਅੱਗੇ ਆਏ ਨੇ। ਅੱਜ ਇਸੇ ਤਰ੍ਹਾਂ ਅਸੀਂ ਪਿੰਡ ਪਹੁੰਚੇ ਹਾਂ, ਗਿੱਲ ਕੋਠੇ ਜਿਹੜਾ ਬਰਨਾਲੇ ਦੇ ਕੋਲ ਸਥਿਤ ਹੈ। ਸਾਡੇ ਨਾਲ ਵੀਰ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੈਮ ਮੇਰਾ ਨਾਮ ਜਗਰਾਜ ਸਿੰਘ ਜੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ 30 ਸਾਲ ਹੈ ਜੀ। ਤੁਹਾਡਾ ਜਿਹੜਾ ਕੇਸ ਹੈ ਸਾਹਮਣੇ ਆਇਆ ਆ, ਤੁਹਾਡਾ ਕੇਸ ਇੱਕ ਬੜਾ ਐਕਸੈਪਸ਼ਨਲ ਜਿਹਾ ਕੇਸ ਹੈ। ਕਿਤੇ ਨਾ ਕਿਤੇ ਜਿਹੜੇ ਇਹ ਰਿਸ਼ਤੇ ਹੋ ਰਹੇ ਨੇ ਇਹਨਾਂ ਨੂੰ ਸੌਦੇਬਾਜ਼ੀ ਦਾ ਨਾਮ ਦਿੱਤਾ ਜਾ ਰਿਹਾ, ਵੀ ਕੁੜੀ ਨੂੰ ਤੁਸੀਂ ਪੈਸੇ ਦੇ ਕੇ ਖਰੀਦ ਰਹੇ ਹੋ, ਬਟ ਜਿਹੜਾ ਤੁਹਾਡਾ ਚੱਕਰ ਹੈ ਉਹ ਐਕਸੈਪਸ਼ਨਲ ਹੈ। ਹਾਂਜੀ ਮੈਮ, ਮੈਂ ਸਾਲ 2014 ਦੇ ਵਿੱਚ ਲਵ ਮੈਰਿਜ ਕਰਵਾਈ ਸੀਗੀ। ਇਹ ਸਾਡਾ ਦੋਨਾਂ ਦਾ ਸੁਪਨਾ ਸੀਗਾ ਜੀ, ਬਾਹਰ ਜਾਣ ਦਾ, ਵੀ ਬਾਹਰ ਜਾ ਕੇ ਸੈੱਟ ਹੋ ਲਾਂਗੇ ਜੀ। ਮੈਂ 2014 ਤੋਂ ਲੈ ਕੇ 15 ਦੇ ਵਿੱਚ ਮੇਰੀ ਵਾਈਫ ਨੂੰ ਲਾਸਟ ਫੀਸ ਭੇਜੀ ਹੈਗੀ। ਜੋ ਵੀ ਮੇਰਾ ਵਿਆਹ 'ਤੇ ਖਰਚਾ ਹੋਇਆ ਸੀਗਾ ਜੀ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ, ਜਾਂ ਉਹਦੇ ਬਾਹਰ ਜਾਣ 'ਤੇ ਹੋਇਆ ਸੀਗਾ ਜੀ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ। ਅਤੇ ਪਰ 2016 ਦੇ ਵਿੱਚ ਆ ਕੇ ਮੇਰੇ ਨਾਲ ਡਿਸਪਿਊਟ ਸ਼ੁਰੂ ਹੋ ਜਾਂਦਾ ਜੀ ਮੇਰੇ ਵਾਈਫ ਦਾ। ਉਹਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰਤੀ ਜੀ। ਪਹਿਲਾਂ ਤਾਂ ਟਾਲ ਮਟੋਲ ਕਰਦੀ ਰਹੀ ਥੋੜ੍ਹੇ ਬਹੁਤ, ਚਲੋ ਕਿਸੇ ਵੇਲੇ ਫੋਨ ਕੱਟ ਦੇਣਾ ਜੀ, ਕਿਸੇ ਵੇਲੇ ਬਲੌਕ 'ਚ ਪਾ ਦੇਣਾ, ਕੱਢ ਦੇਣਾ ਇੱਦਾਂ। ਜਦੋਂ ਮੈਂ ਫਾਈਲ ਲਗਾਉਣ ਦੇ ਚੱਕਰ 'ਚ ਜਦੋਂ ਉਹਦੇ ਨਾਲ ਗੱਲਬਾਤ ਕਰਨੀ ਚਾਹੀ ਮੇਰੇ ਫਾਈਲ ਦਾ ਕੀ ਹੋ ਰਿਹਾ ਬਾਹਰ ਜਾਣ ਵਾਸਤੇ, ਅਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਹੀ ਕਰ ਦਿੱਤੀ ਜੀ। ਪਹਿਲਾਂ ਤਾਂ ਕਿਤੇ ਬਲੌਗ 'ਚ ਪਾ ਦੇਣਾ, ਬਲੌਗ 'ਚੋਂ ਕੱਢ ਦੇਣਾ, ਫਿਰ ਥੋੜ੍ਹਾ ਟਾਈਮ ਗੱਲ ਕਰਨੀ, ਫਿਰ ਇੱਦਾਂ ਚੱਲਦਾ ਰਿਹਾ ਜੀ। 1-2 ਮਹੀਨੇ ਬਾਅਦ ਬਿਲਕੁਲ ਹੀ ਉਹਨੇ ਬਲੌਗ ਦੇ ਵਿੱਚ ਪਾਤਾ ਜੀ। ਫਿਰ ਮੈਂ ਆਪਣੀ ਮੰਮੀ ਨੂੰ ਬਿਨਾਂ ਦੱਸੇ ਹੀ ਮੈਂ ਉਹਨਾਂ ਦੇ ਘਰੇ ਬੰਦੇ ਭੇਜੇ, ਪੰਚਾਇਤ ਰਾਹੀਂ ਮੈਂ ਗੱਲਬਾਤ ਕਰਨੀ ਚਾਹੀ। ਕੁੜੀ ਕਿੱਥੋਂ ਦੀ ਸੀਗੀ? ਕੁੜੀ ਅਸਪਾਲ ਖੁਰਦ ਦੀ ਸੀਗੀ। ਮੈਂ ਜਦੋਂ ਗੱਲਬਾਤ ਕਰਨੀ ਚਾਹੀ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਕੁੜੀ ਨਾਲ ਗੱਲਬਾਤ ਕਰਾਂਗੇ, ਬੇਟੀ ਨਾਲ ਗੱਲਬਾਤ ਕਰਕੇ ਵੀ ਫਿਰ ਤੁਹਾਨੂੰ ਦੱਸ ਦਿਆਂਗੇ। ਇੱਦਾਂ ਹੀ ਚੱਲਦਾ ਰਿਹਾ। ਫਿਰ ਥੋੜ੍ਹਾ ਟਾਈਮ ਲੰਘਦਾ ਗਿਆ। ਫਿਰ ਮੇਰੇ ਮੰਮਾ ਨੂੰ ਪਤਾ ਲੱਗ ਜਾਂਦਾ ਜੀ। ਮੇਰੇ ਮੰਮਾ ਦੇ ਵੀ ਥੋੜ੍ਹਾ ਮੈਂਟਲੀ ਅਪਸੈਟ ਰਹਿਣ ਲੱਗ ਜਾਂਦੇ ਹੈਗੇ ਜੀ। ਫਿਰ ਮੈਨੂੰ ਤਾਂ ਇਹ ਗੱਲ ਦਾ ਬਾਅਦ 'ਚ ਪਤਾ ਲੱਗਦਾ ਜੀ, ਜਦੋਂ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਹੈਗੀ, ਵੀ ਉਹਨਾਂ ਨੇ 1-2 ਵਾਰ ਮੇਰੇ ਮੰਮਾ ਨੂੰ ਵੀ ਫੋਨ ਲਾ ਕੇ ਧਮਕਾਇਆ ਗਿਆ ਜੀ ਉਹਨਾਂ ਵੱਲੋਂ। ਧਮਕਾਉਂਦਾ ਕੌਣ ਸੀ? ਧਮਕਾਉਂਦਾ ਮੇਰੇ ਸਹੁਰੇ ਪਰਿਵਾਰ ਵੱਲੋਂ ਹੀ ਧਮਕਾਇਆ ਗਿਆ, ਕਿਉਂਕਿ ਮੈਂ ਅਤੇ ਮੇਰੀ ਮੰਮੀ ਰਹਿੰਦੇ ਸੀਗੇ ਜੀ ਫੈਮਿਲੀ 'ਚ। ਤੁਹਾਡੀ ਫੈਮਿਲੀ 'ਚ ਵੈਸੇ ਕੌਣ ਕੌਣ ਰਹਿੰਦਾ ਸੀ? ਮੇਰੀ ਫੈਮਿਲੀ 'ਚ ਮੇਰੇ ਪਾਪਾ ਦੀ ਡੈਥ ਹੋਈ ਵੀ ਹੈ ਜੀ, ਅਤੇ ਮੇਰੇ ਮੰਮਾ ਅਤੇ ਮੈਂ ਰਹਿੰਦੇ ਸੀਗੇ। ਮੇਰੀ ਭੈਣ ਵਿਆਹੀ ਹੋਈ ਹੈਗੀ, ਵੱਡੀ ਭੈਣ ਮੇਰੇ ਤੋਂ, ਅਤੇ ਅਸੀਂ ਦੋਨੋਂ ਰਹਿੰਦੇ ਸੀਗੇ ਜੀ। ਅਤੇ ਉਹਨਾਂ ਵੱਲੋਂ ਧਮਕਾਉਣਾ ਸ਼ੁਰੂ ਕਰਤਾ ਜੀ। ਫਿਰ ਮੰਮਾ ਨੇ ਉਹ ਗੱਲ ਮੇਰੇ ਨਾਲ ਨਹੀਂ ਕੀਤੀ। ਉਹ ਗੱਲ ਦਾ ਪਤਾ ਮੈਨੂੰ ਐਂਡ 'ਤੇ ਆ ਕੇ ਲੱਗਦਾ ਜਦੋਂ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਹੈ ਜੀ। ਤੁਹਾਨੂੰ ਉਹ ਗੱਲ ਕਿਹਨੇ ਦੱਸੀ? ਤੁਹਾਡੇ ਮੰਮਾ ਨੇ ਕਿਸੇ ਨਾਲ ਸ਼ੇਅਰ ਕੀਤੀ ਹੋਣੀ ਆ? ਉਹ ਜਦੋਂ ਮੇਰੇ ਮੰਮਾ ਬਿਲਕੁਲ ਹੀ ਮੈਂਟਲੀ ਜਾਣੀ ਕਿ ਅਪਸੈਟ, ਹਾਂਜੀ, ਡਿਸਟਰਬ ਹੋ ਗਈ। ਫਿਰ ਥੋੜ੍ਹਾ ਟਾਈਮ ਹੋਇਆ ਵਿੱਚ ਦੀ ਵਧੀਆ ਗੱਲਾਂ ਕਰਨ ਲੱਗ ਗਈ ਮੇਰੇ ਨਾਲ। ਉਦੋਂ ਮੇਰੀ ਮੰਮਾ ਨੇ ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਹੈ ਜੀ। ਟੋਟਲ ਕਿੰਨਾ ਕੁ ਖਰਚਾ ਆ ਜਿਹੜਾ ਤੁਹਾਡੇ ਨਾਲ ਇੱਕ ਕਵਾਂਗੇ ਠੱਗੀ ਵੱਜੀ ਹੈ? ਕਿੰਨਾ ਖਰਚਾ ਤੁਸੀਂ ਆਪਣੇ ਪੱਲਿਓਂ ਲਾ ਚੁੱਕੇ ਹੋ? ਮੈਮ ਮੇਰੇ ਕੋਲ 35 ਲੱਖ ਰੁਪਏ ਦੀਆਂ ਡਿਟੇਲਾਂ ਲੱਗੀਆਂ ਹੋਈਆਂ ਜੀ ਮੇਰੀਆਂ। ਜੋ ਵੀ ਖਰਚਾ ਮੇਰਾ ਹੋਇਆ ਸੀਗਾ ਮੈਂ ਸਾਰਾ ਬੈਂਕ ਰਾਹੀਂ ਭੇਜਿਆ ਸੀਗਾ। ਕੁਛ ਸਾਰੇ ਪ੍ਰੂਫ ਲੱਗੇ ਹੋਏ ਹੈਗੇ ਜੀ ਮੇਰੇ।
ਸਾਰੀਆਂ ਡਿਟੇਲਾਂ ਮੇਰੇ ਕੋਲ ਖਰਚਾ ਹੈਗੀਆਂ। ਕਿੱਦਾਂ ਕਵਰ ਕੀਤਾ ਸੀ? ਸੇਵਿੰਗ ਸੀ ਕਿੱਦਾਂ ਸੀ? ਨਹੀਂ ਮੈਮ, ਸੇਵਿੰਗ ਤਾਂ ਕੋਈ ਨਹੀਂ। ਇਹ ਆਪਣੇ ਪਿੰਡਾਂ 'ਚ ਜ਼ਮੀਨ ਹੁੰਦੀ ਹੈਗੀ, ਆਪਾਂ ਔਖੇ ਵੇਲੇ ਜ਼ਮੀਨ ਤੋਂ ਹੀ ਕੰਮ ਲੈਂਦੇ ਹਾਂ। ਮੇਰੇ ਕੋਲ ਵੀ 2 ਕਿੱਲੇ ਵਾਹੁੰਦੇ ਸੀਗੇ, ਮੈਂ ਵੀ ਵੇਚ ਕੇ ਸਾਰਾ ਖਰਚਾ ਕਵਰ ਕੀਤਾ ਜੀ ਆਪਦਾ। 2016 ਦੇ ਵਿੱਚ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਬੰਦ ਹੋਈ ਹੈ, ਪਰ ਤੁਸੀਂ ਇੰਨਾ ਟਾਈਮ ਚੁੱਪ ਬੈਠੇ ਰਹੇ, ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਤੁਸੀਂ? ਮੈਂ 2016 'ਚ ਹੀ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ ਸੀਗੀ ਜੀ, ਪੰਚਾਇਤਾਂ ਰਾਹੀਂ। ਫਿਰ ਮੇਰੀ ਮੰਮੀ ਬਿਮਾਰ ਹੋ ਗਈ, ਜਦੋਂ ਮੈਂ ਮੰਮਾ ਨੂੰ ਲੈ ਕੇ ਤੁਰਿਆ ਫਿਰਦਾ ਰਿਹਾ ਜੀ ਹਸਪਤਾਲਾਂ ਦੇ ਚੱਕਰ, ਕਿਤੇ ਉੱਧਰ ਜਾ ਕਿਤੇ ਉੱਧਰ ਜਾ, ਕਿਉਂਕਿ ਫੈਮਿਲੀ 'ਚ ਹੋਰ ਤਾਂ ਕੋਈ ਹੈ ਨਹੀਂ ਸੀਗਾ ਜੀ, ਮੈਂ ਹੀ ਲੈ ਕੇ ਜਾਣ ਵਾਲਾ ਸੀਗਾ। ਅਤੇ ਥੋੜ੍ਹਾ ਬਹੁਤਾ ਟਾਈਮ ਉੱਧਰ ਵੀ ਲੰਘਿਆ ਜੀ। ਫਿਰ 2019 'ਚ ਆ ਕੇ ਜਦੋਂ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਹੈ ਜੀ, ਉਹ ਕੁੜੀ ਵਾਪਸ ਆਉਂਦੀ ਹੈ ਇੰਡੀਆ। ਵਾਪਸ ਮਦਰ ਕਰਕੇ? ਨਹੀਂ, ਮਦਰ ਕਰਕੇ ਨਹੀਂ। ਮਦਰ ਕਰਕੇ ਤਾਂ ਗੱਲ ਵੀ ਨਹੀਂ ਕੀਤੀ, ਕੋਈ ਫੋਨ 'ਤੇ ਨਹੀਂ ਬੰਦਾ ਪੁੱਛ ਹੀ ਲੈਂਦਾ ਜੀ, ਚਲੋ ਰਿਸ਼ਤਾ ਸੀਗਾ। ਪਰਿਵਾਰ ਆਇਆ ਸੀ? ਨਹੀਂ, ਕੋਈ ਵੀ ਨਹੀਂ ਆਇਆ ਜੀ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ, ਕਿਸੇ ਨੇ ਕੋਈ ਹਾਲ ਚਾਲ ਵੀ ਨਹੀਂ ਪੁੱਛਿਆ। ਮੰਮਾ ਦਾ ਪਤਾ ਹੀ ਸੀਗਾ ਉਹਨਾਂ ਨੂੰ, ਜਦੋਂ ਬਿਮਾਰ ਰਹਿੰਦੇ ਸੀਗੇ ਜੀ, ਮੈਂਟਲੀ ਵੀ ਅਪਸੈਟ ਰਹੇ ਹੈਗੇ ਥੋੜ੍ਹਾ ਟਾਈਮ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ। ਐਡਮਿਟ ਵੀ ਰਹੇ ਹੈਗੇ ਜੀ ਕਾਫੀ ਟਾਈਮ, ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਜੀ ਸਾਡੇ ਨਾਲ। 2019 ਦੇ ਵਿੱਚ ਕੁੜੀ ਇੰਡੀਆ ਆਉਂਦੀ ਹੈ, ਕੀ ਕਰਨ ਆਉਂਦੀ ਹੈ? 31 ਦਸੰਬਰ ਨੂੰ 31 ਦਸੰਬਰ 2019 ਦੇ ਵਿੱਚ ਇੰਡੀਆ ਆਉਂਦੀ ਹੈ ਜੀ। ਉਦੋਂ ਮੈਨੂੰ ਬਾਅਦ 'ਚ ਪਤਾ ਲੱਗਦਾ ਵੀ ਉਹ ਵਿਆਹ ਕਰਵਾ ਕੇ ਗਈ ਹੈਗੀ ਦੁਬਾਰਾ ਇੰਡੀਆ, ਮੈਥੋਂ ਤਲਾਕ ਲੈ ਬਿਨਾਂ ਹੀ। ਮੈਥੋਂ ਕੋਈ ਡਿਵੋਰਸ ਪੇਪਰ ਨਹੀਂ ਗਾ ਸਾਈਨ ਕਰਵਾਇਆ, ਜਾਂ ਕੋਈ ਸਾਡੀ ਬਹਿ ਕੇ ਕੋਈ ਗੱਲਬਾਤ ਨਹੀਂ ਹੋਈ। ਤੁਹਾਡੀ ਮੈਰਿਜ ਜਿਹੜੀ ਰਜਿਸਟਰਡ ਹੈ ਤੁਸੀਂ ਹੱਥ ਦੇ ਵਿੱਚ ਲੈ ਕੇ ਬੈਠੇ ਹੋ। ਮੈਂ ਕੈਮਰਾਮੈਨ ਨੂੰ ਕਹੂੰਗੀ ਵੀ ਜਿਹੜੇ ਵੀਰ ਹੱਥ 'ਚ ਡਾਕੂਮੈਂਟ ਲੈ ਕੇ ਬੈਠੇ ਨੇ ਉਹਨਾਂ ਨੂੰ ਜ਼ਰੂਰ ਦਿਖਾਇਆ ਜਾਵੇ। ਹਾਂਜੀ ਮੈਮ, ਆਹ ਸਾਡੀ ਮੈਰਿਜ ਰਜਿਸਟਰਡ ਹੋਈ ਹੈਗੀ ਜਿਹੜੀ 2014 ਦੇ ਵਿੱਚ। ਹਾਂਜੀ ਤੁਸੀਂ ਸੋਚਿਆ ਸੀ ਐਡਾ ਵੱਡਾ ਵਿਸ਼ਵਾਸਘਾਤ, ਇੱਕ ਲਵ ਮੈਰਿਜ, ਇੱਕ ਆਪਾਂ ਹਮਸਫਰ ਖੁਦ ਤੁਸੀਂ ਚੁਣਿਆ ਸੀ, ਨਾ ਤੁਸੀਂ ਘਰਦਿਆਂ ਨੂੰ ਕਹਿਣ ਜੋਗੇ ਨਾ ਕੁਝ ਹੋਰ? ਮੈਮ ਸੋਚਿਆ ਤਾਂ ਹੈ ਨਹੀਂ ਸੀਗਾ ਜੀ, ਨਾ ਸੋਚਣ ਕਰਕੇ ਹੀ ਮੈਂ ਵੀ ਵਿੱਚ ਦੀ ਮੈਂਟਲੀ ਅਪਸੈਟ ਹੋ ਗਿਆ ਸੀਗਾ ਜੀ। ਮੈਨੂੰ ਵੀ ਮੇਰੀ ਭੂਆ ਦਾ ਬੇਟਾ ਲੈ ਕੇ ਆਇਆ ਜੀ ਘਰੋਂ, ਮੇਰੇ 'ਤੇ ਵੀ ਬੁਰਾ ਵਕਤ ਆਇਆ ਜੀ। ਮੇਰੀ ਮੰਮੀ ਤਾਂ ਤੁਹਾਨੂੰ ਪਤਾ ਹੀ ਹੈਗਾ ਜੀ, ਐਕਸਪਾਇਰ ਹੋ ਗਏ 2019 'ਚ। ਕਿਤੇ ਨਾ ਕਿਤੇ ਇਸ ਸਟ੍ਰੈਸ ਪਿੱਛੇ ਤੁਸੀਂ ਆਪਣੀ ਮਾਂ ਨੂੰ ਜਿਹੜਾ ਆ ਗਵਾ ਲਿਆ ਆ, ਹੁੰਦਾ ਮਹਿਸੂਸ ਕਮੀ? ਹਾਂਜੀ ਬਿਲਕੁਲ ਹੁੰਦਾ ਜੀ ਮੈਮ। ਹੱਥ ਦੇ ਵਿੱਚ ਤੁਸੀਂ ਕੁਝ ਹੋਰ ਡਾਕੂਮੈਂਟਸ ਵੀ ਫੜੇ ਹੋਏ ਨੇ। ਇਹ ਵਿਆਹ ਸਿਰਫ ਇੱਕ ਬਾਹਰ ਜਾਣ ਦੇ ਝਾਂਸੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਫਸਾਇਆ ਗਿਆ ਸੀ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਸੀ? ਵਿਆਹ ਮਰਜ਼ੀ ਨਾਲ ਕਰਵਾਇਆ ਸੀਗਾ ਜੀ, ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀਗਾ। ਪਰ ਹੁਣ ਇਹੀ ਗੱਲ ਕਹਿ ਸਕਦੇ ਹਾਂ ਕਿ ਵੀ ਉਹਨਾਂ ਨੇ ਝਾਂਸਾ ਹੀ ਦਿੱਤਾ ਸੀਗਾ ਜੀ ਮੇਰੇ ਨਾਲ ਠੱਗੀ ਮਾਰਨ ਵਾਸਤੇ ਜੀ। ਕੁੜੀ ਨੂੰ ਤੁਸੀਂ ਕਿੰਨੇ ਕੁ ਸਮੇਂ ਤੋਂ ਜਾਣਦੇ ਸੀਗੇ? ਇੱਕ ਤੁਸੀਂ ਵਿਆਹ ਕਰਾਉਣ ਦਾ ਜਿਹੜਾ ਫੈਸਲਾ ਲਿੱਤਾ ਸੀ, ਕਿੰਨੇ ਕੁ ਟਾਈਮ ਤੋਂ ਤੁਸੀਂ ਜਾਣਦੇ ਸੀ ਕੁੜੀ ਨੂੰ? ਮੈਂ 2011 ਤੋਂ ਜਾਣਦਾ ਸੀਗਾ ਜੀ। 2011 ਤੋਂ ਅਸੀਂ ਗੱਲਬਾਤ ਕਰਦੇ ਸੀਗੇ ਜੀ ਇੱਕ ਦੂਜੇ ਨਾਲ, ਵਧੀਆ ਗੱਲਬਾਤ ਹੁੰਦੀ ਰਹੀ ਹੈਗੀ, ਐਂਡ ਤੱਕ ਸਾਡੀ ਠੀਕ ਗੱਲਬਾਤ ਹੁੰਦੀ ਰਹੀ ਹੈ ਜੀ। 2015 'ਚ ਆ ਕੇ ਮੈਂ ਉਹਨੂੰ ਲਾਸਟ ਫੀਸ ਤੋਰਦਾ ਜੀ, ਉਦੋਂ ਤੱਕ ਸਾਡੀ ਵਧੀਆ ਗੱਲਬਾਤ ਹੁੰਦੀ ਰਹੀ ਹੈ ਜੀ। 2016 'ਚ ਆ ਕੇ ਬਸ ਅਚਾਨਕ ਹੀ ਮੇਰੇ ਨਾਲ ਉਹਨੇ ਰਿਸ਼ਤਾ ਖਤਮ ਵਾਂਗੂ ਹੀ ਕਰ ਲਿਆ। ਇਹ ਕੁਝ ਸਟੇਟਮੈਂਟ ਤੁਸੀਂ ਹੱਥ 'ਚ ਫੜੀ ਹੋਈ ਆ? ਇਹ ਸਟੇਟਮੈਂਟ ਆ ਮੇਰੇ ਕੋਲ ਜੀ, ਇਹ ਬੈਂਕ ਦੀ ਡਿਟੇਲ ਹੈ ਜੀ। ਲਾਸਟ ਟਾਈਮ ਤੁਸੀਂ ਕਦੋਂ ਫੀਸ ਭੇਜੀ ਸੀ ਉਹਨਾਂ ਨੂੰ? ਆ 2015 ਦੀ ਐਂਟਰੀ ਹੈਗੀ ਆ ਜੀ ਮੇਰੇ ਕੋਲ, 3/8/2015 ਦੀ ਲਾਸਟ ਦੀ। ਤੇ ਉਸ ਤੋਂ ਬਾਅਦ ਗੱਲਬਾਤ ਕਰਨੀ ਬੰਦ ਕਰ ਦਿੱਤੀ? ਹਾਂਜੀ, ਉਸ ਤੋਂ ਬਾਅਦ 2016 'ਚ ਆ ਕੇ ਉਹਨੇ ਪਹਿਲਾਂ ਤਾਂ 15 ਤੋਂ ਲੈ ਕੇ ਟਾਲ ਮਟੋਲ ਸ਼ੁਰੂ ਕੀਤੇ ਜੀ, ਫਿਰ 2016 'ਚ ਆ ਕੇ ਐਂਡ 'ਤੇ ਗੱਲਬਾਤ ਹੀ ਬੰਦ ਕਰਤੀ ਜੀ ਉਹਨੇ। ਫਿਰ ਬਲੌਕ ਹੀ ਕਰਤਾ ਜੀ ਮੈਨੂੰ ਆਪਣੇ ਨੰਬਰ ਤੋਂ ਹੀ। ਕੋਈ ਸਹੇਲੀ ਦਾ ਨੰਬਰ ਉੱਥੇ ਰਹਿਣ ਵਾਲੇ ਜਿਨ੍ਹਾਂ ਕੋਲ ਰਹਿੰਦੇ ਸੀ ਉਹਨਾਂ ਦਾ ਕੋਈ ਕਿਸੇ ਦਾ ਨੰਬਰ ਨਹੀਂ ਸੀ ਤੁਹਾਡੇ ਕੋਲ? ਨਹੀਂ ਮੈਮ, ਮੈਨੂੰ ਕੋਈ ਕੰਟੈਕਟ ਨੰਬਰ ਦਿੱਤਾ ਹੀ ਨਹੀਂ ਗਿਆ। ਮੈਂ ਉਹਦੇ ਮਾਮਾ ਜੀ ਦੇ ਬੇਟੇ ਕੋਲ ਗਈ ਸੀਗੀ, ਮੈਂ ਕਈ ਵਾਰੀ ਚਾਹਿਆ ਵੀ ਮੈਂ ਉਹਦੇ ਮਾਮਾ ਜੀ ਦੇ ਬੇਟੇ ਨਾਲ ਗੱਲ ਕਰਾਂ, ਪਰ ਮੈਨੂੰ ਕੋਈ ਕੰਟੈਕਟ ਦਿੱਤਾ ਹੀ ਨਹੀਂ ਗਿਆ। ਮੈਂ ਘਰਦਿਆਂ ਨਾਲ ਵੀ ਬਹੁਤ ਕਈ ਵਾਰੀ ਮੈਂ ਗੱਲ ਕਰਨੀ ਚਾਹੀ ਵੀ ਮੈਨੂੰ ਕੋਈ ਨੰਬਰ ਦੇ ਦਿਓ ਉਹਦਾ, ਵੀ ਗੱਲਬਾਤ ਚਲੋ ਬੈਠ ਕੇ ਨਿਬੜ ਜੇ ਜੀ, ਜਿਹੜਾ ਮੇਰਾ ਖਰਚਾ ਹੋਇਆ ਮੈਨੂੰ ਖਰਚਾ ਮੇਰਾ ਵਾਪਸ ਕਰ ਦਿਓ ਜੀ, ਅਤੇ ਵੀ ਆਪਾਂ ਬੈਠ ਕੇ ਗੱਲਬਾਤ ਸੌਟ ਆਊਟ ਕਰ ਲੈਂਦੇ ਹੈਗੇ ਜੀ। ਪਰ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਜੀ ਮੈਨੂੰ। ਹੱਥ 'ਚ ਜਿਹੜੀ ਆ ਪਹਿਲਾ ਪਰਚਾ ਫੜਿਆ, ਇਹ ਕੀ ਚੀਜ਼ ਹੈ? ਇਹ ਵੀ ਮੈਮ ਡਿਟੇਲ ਆ ਗਈ ਪੈਸਿਆਂ ਦੀ, ਜੋ ਵੀ ਮੈਂ ਪੈਸਾ ਭੇਜਿਆ ਸੀਗਾ ਜੀ ਸਾਰੇ ਉਹਨੂੰ ਡਿਟੇਲ ਮੇਰੀ ਲੱਗੀ ਹੋਈ ਆ ਜੀ। ਤੇ ਜ਼ਮੀਨ ਵੀ ਜਿਹੜੀ ਸੀਗੀ ਚਲੀ ਗਈ ਆ, ਉਸ ਦੇ ਕਰਕੇ ਮਾਂ ਵੀ ਚਲੀ ਗਈ, ਤੁਸੀਂ ਖੁਦ ਮੈਂਟਲੀ ਡਿਸਟਰਬ ਰਹੇ ਹੋ। ਹੁਣ ਤੁਸੀਂ ਅੱਗੇ ਪੁਲਿਸ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ, ਹੌਸਲਾ ਦਿੱਤਾ ਗਿਆ ਹੈ? ਹਾਂਜੀ ਮੈਮ, ਪਰਚਾ ਦਰਜ ਕਰ ਲਿਆ ਜੀ, ਬਾਕੀ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਨੂੰ ਪਤਾ ਜੀ। ਮੈਂ ਤਾਂ ਇਹੀ ਮੰਗ ਕਰਦਾ ਵੀ ਮੈਨੂੰ ਮੇਰਾ ਜੋ ਵੀ ਖਰਚਾ ਸੀਗਾ ਮੇਰਾ ਵਾਪਸ ਕਰਵਾਇਆ ਜਾਏ ਜੀ, ਅਤੇ ਉਹਨਾਂ ਨੂੰ ਕੋਈ ਬਣਦੀ ਕੋਈ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਜੀ।
ਕਿਉਂਕਿ ਅੱਗੇ ਤੋਂ ਕੋਈ ਨਾ ਇਦਾਂ ਦਾ ਕਰੇ ਜੀ, ਹੋਰ ਕਿਸੇ ਵੀਰ ਭਰਾ ਨਾਲ ਨਾ ਇਦਾਂ ਹੋਵੇ ਜੀ। ਮੇਰਾ ਤਾਂ ਹੁਣ ਘਰੇ ਮੇਰੇ ਤਾਲਾ ਲੱਗਾ ਹੋਇਆ ਜੀ, ਮੇਰੀ ਮੰਮਾ ਦੀ ਡੈਥ ਹੋ ਗਈ, ਮੇਰੇ ਤੇ ਵੀ ਕਿਤੇ ਨਾ ਕਿਤੇ ਮੈਂਟਲੀ ਪ੍ਰੈਸ਼ਰ ਰਹਿਣ ਲੱਗ ਗਿਆ ਜੀ ਇਸ ਗੱਲਾਂ ਕਾਰਨ। ਮੁਲਾਕਾਤ ਜਿਹੜੀ ਤੁਹਾਡੀ ਉਸ ਕੁੜੀ ਨਾਲ ਹੋਈ ਸੀ ਕਿੱਦਾਂ ਹੋਈ ਸੀਗੀ? ਮੈਂ ਉਹਨੂੰ ਜਾਣਦਾ ਸੀਗਾ ਜੀ, ਉਹ ਵੀ ਬਰਨਾਲੇ ਪੜ੍ਹਦੀ ਸੀਗੀ, ਮੈਂ ਵੀ ਬਰਨਾਲੇ ਪੜ੍ਹਦਾ ਸੀਗਾ, ਤਾਂ ਕਰਕੇ ਅਸੀਂ ਇੱਕ ਦੂਜੇ ਨੂੰ ਜਾਣਦੇ ਸੀਗੇ। ਕਾਫੀ ਲੰਮੇ ਸਮੇਂ ਤੋਂ ਜਾਣਦੇ ਸੀ, ਗੱਲਬਾਤ ਪਹਿਲਾਂ ਕਦੇ ਐਦਾਂ ਦੀ ਕੋਈ ਚੀਜ਼ ਦੇਖੀ ਗਈ ਆ ਉਹਦੇ ਵਿੱਚ ਵੀ ਤੁਹਾਨੂੰ ਲੱਗਿਆ ਹੋਵੇ ਕੁਛ ਐਦਾਂ ਦਾ ਵੀ ਮਤਲਬ ਕਰਕੇ ਜਿਹੜਾ ਰਿਸ਼ਤਾ ਇਹ ਬਣਾਇਆ ਜਾ ਰਿਹਾ? ਨਹੀਂ ਮੈਮ, ਪਹਿਲਾਂ ਤਾਂ ਕੋਈ ਮੈਨੂੰ ਲੱਗਿਆ ਨਹੀਂ ਗਾ ਜੀ, ਕਿਉਂਕਿ ਮੈਂ ਵਿਆਹ ਹੀ ਤਾਂ ਕਰਵਾਇਆ ਸੀਗਾ ਜੀ। ਪਹਿਲਾਂ ਅਸੀਂ ਇੱਕ ਦੂਜੇ ਨਾਲ ਵਧੀਆ ਵਰਤਦੇ ਸੀਗੇ ਜੀ। ਤੁਹਾਡੇ ਮਨ 'ਚ ਕੁਛ ਐਦਾਂ ਦਾ ਤਾਂ ਨਹੀਂ ਸੀ ਵੀ ਬਾਹਰ ਹੀ ਜਾਣਾ ਬਾਹਰ ਹੀ ਜਾਣਾ? ਨਹੀਂ, ਮੇਰੇ ਮਨ 'ਚ ਕੋਈ ਇਦਾਂ ਦਾ ਹੈ ਨਹੀਂ ਸੀਗਾ ਜੀ, ਪਰ ਲੜਕੀ ਵੱਲੋਂ ਸੀਗਾ ਵੀ ਬਾਹਰ ਹੀ ਜਾਣਾ, ਆਪਾਂ ਬਾਹਰ ਜਾ ਕੇ ਸੈੱਟ ਹੋ ਜਾਂਗੇ ਜੀ। ਬਾਅਦ 'ਚ ਹੁਣ ਪਤਾ ਲੱਗਦਾ ਜੀ ਮੈਨੂੰ ਵੀ ਉਹਨਾਂ ਵੱਲੋਂ ਤਾਂ ਠੱਗੀ ਮਾਰਨ ਦਾ ਕਰਕੇ ਬਾਹਰ ਦਾ ਸੁਪਨਾ ਸੋਚਿਆ ਗਿਆ ਸੀਗਾ। ਤੁਸੀਂ ਦੱਸਿਆ ਸੀ ਵੀ ਕੁੜੀ ਪਹਿਲਾਂ ਵੀ ਬਾਹਰ ਗਈ ਹੋਈ ਸੀ, ਹੈ ਨਾ? ਬਾਹਰ ਤੁਸੀਂ 2014 'ਚ ਦੁਬਾਰਾ ਬੁਲਾਈ, ਉੱਥੇ ਜੀ ਨਹੀਂ ਲੱਗਦਾ ਸੀ ਉਹਦਾ, ਉਹ ਕੀ ਕਹਾਣੀ ਸੀ ਮਾੜੀ ਜੀ ਦੱਸੋਗੇ? ਮੈਮ, ਮੇਰਾ 27 ਮਾਰਚ 2014 ਨੂੰ ਵਿਆਹ ਹੁੰਦਾ ਗਾ ਜੀ। ਉਹਦਾ ਵੀਜ਼ਾ ਆ ਚੁੱਕਿਆ ਸੀਗਾ ਜੀ ਉਦੋਂ ਜਦੋਂ ਮੇਰਾ ਵਿਆਹ ਹੋਇਆ ਗਾ। ਫਿਰ ਉਹ 5 ਅਪ੍ਰੈਲ 2014 ਨੂੰ ਆਸਟ੍ਰੇਲੀਆ ਚਲੀ ਜਾਂਦੀ ਹੈ ਜੀ ਇੱਥੋਂ। ਫਿਰ ਜੀ ਨਾ ਲੱਗਣ ਕਰਕੇ, ਕਿਸੇ ਸ਼ਹਿਰ 'ਚ ਉਹਦਾ ਜੀ ਨਾ ਲੱਗਣ ਕਰਕੇ ਮੈਨੂੰ ਰਾਤ ਨੂੰ ਫੋਨ ਲਾਉਣਾ, ਰਾਤ ਨੂੰ ਚੀਕਾਂ ਮਾਰੀ ਜਾਣੀਆਂ। ਮੈਂ ਵੀ ਕਿਤੇ ਨਾ ਕਿਤੇ ਤੰਗ ਆ ਗਿਆ ਸੀਗਾ। ਮੈਂ ਉਹਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ, ਵੀ ਤੂੰ ਵਾਪਸ ਆ ਜਾ। ਮੈਂ ਇਹ ਗੱਲ ਆਪਣੇ ਘਰੇ ਵੀ ਸ਼ੇਅਰ ਨਹੀਂ ਸੀਗੀ ਕੀਤੀ। ਤੁਹਾਡੀ ਇਸ ਸਟੋਰੀ ਬਾਰੇ ਘਰਦਿਆਂ ਨੂੰ ਜਮਾਂ ਪਤਾ ਨਹੀਂ ਸੀ? ਕੁਛ ਵੀ ਨਹੀਂ ਪਤਾ ਸੀ? ਘਰਦਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਜੀ। ਜਦੋਂ ਦਿੱਲੀ ਅਸੀਂ ਏਅਰਪੋਰਟ ਤੋਂ ਲੈਣ ਗਏ ਜੀ ਮੇਰੀ ਮੰਮਾ ਨੂੰ, ਉਦੋਂ ਪਤਾ ਲੱਗਿਆ ਵੀ ਉਹ ਵਾਪਸ ਆ ਗਈ ਹੈਗੀ। ਫਿਰ ਅਸੀਂ ਸਪਾਊਸ ਕੇਸ ਬਾਰੇ ਸੋਚਿਆ। ਫਿਰ ਕੁੜੀ ਦੇ ਡੈਡੀ ਨੇ ਇੱਕ ਪਲੈਨਿੰਗ ਕੀਤੀ। ਅਸੀਂ ਉਹ ਏਜੰਟ ਕੋਲ ਗਏ ਜਿਹਦਾ ਰਾਹੀਂ ਪਹਿਲਾਂ ਉਹਦਾ ਵੀਜ਼ਾ ਆਇਆ ਹੋਇਆ ਸੀਗਾ ਜੀ। ਪਲੈਨਿੰਗ ਰਾਹੀਂ ਮੈਨੂੰ ਨਾਲ ਲੈ ਕੇ ਗਿਆ ਜੀ। ਮੈਂ ਗਿਆ, ਕੁੜੀ ਦਾ ਡੈਡੀ ਗਿਆ ਅਤੇ ਮੇਰੀ ਵਾਈਫ ਗਈ ਸੀਗੀ। ਅਤੇ ਉਹ ਏਜੰਟ ਨੇ ਸਾਨੂੰ ਇਹ ਗੱਲ ਕਹਿਤੀ, ਉਹ ਕਹਿੰਦਾ ਵੀ ਵੀਜ਼ਾ ਐਕਸਪਾਇਰ ਨਹੀਂ ਹੋਇਆ ਜੀ, ਵੀ ਉਸੇ ਵੀਜ਼ੇ 'ਤੇ ਦੁਬਾਰਾ ਜਾ ਸਕਦੇ ਆਂਗੇ, ਵੀ ਉੱਧਰ ਜਾ ਕੇ ਸਟੱਡੀ ਲੈ ਲਓ। ਫਿਰ ਜਦੋਂ 17 ਅਪ੍ਰੈਲ ਨੂੰ ਵਾਪਸ ਆਈ ਸੀਗੀ, ਅਸੀਂ ਮਈ ਮਹੀਨੇ 'ਚ ਉਹ ਏਜੰਟ ਕੋਲ ਗਏ ਸੀਗੇ। ਫਿਰ 25 ਜੂਨ ਨੂੰ ਉਹ ਦੁਬਾਰਾ ਉਸੇ ਵੀਜ਼ੇ 'ਤੇ ਹੀ ਵਾਪਸ ਚਲੀ ਜਾਂਦੀ ਆ ਜੀ। ਉਹ ਖਰਚਾ ਸਾਰਾ ਮੇਰੇ ਵੱਲੋਂ, ਪਹਿਲਾਂ ਵੀ ਟਿਕਟ ਦਾ ਵੀ ਖਰਚਾ ਸੀਗਾ, ਜੋ ਕੱਪੜੇ ਦਾ ਸੀਗਾ ਉਹ ਵੀ ਮੇਰੇ ਵੱਲੋਂ ਕੀਤਾ ਗਿਆ। ਜਦ ਵਿਆਹ ਤੋਂ ਪਹਿਲਾਂ ਮਤਲਬ ਕੁੜੀ ਅਪ੍ਰੈਲ ਦੇ ਵਿੱਚ ਤੋਰੀ ਸੀ ਤੁਸੀਂ, ਜਦ ਦੁਬਾਰਾ ਉਹਨੂੰ ਵਾਪਸ ਬੁਲਾਇਆ, ਉਹ ਜਿਹੜਾ ਖਰਚਾ ਸੀ ਵੀਜ਼ਾ ਵਗੈਰਾ ਦਾ, ਉਹ ਕਿਹਨੇ ਕੀਤਾ ਸੀ? ਪਹਿਲਾਂ ਤਾਂ ਵੀਜ਼ਾ ਫੀਸ ਤਾਂ ਇਹਨਾਂ ਦੀ ਭਰੀ ਹੋਈ ਸੀਗੀ, ਮੇਰੇ ਸਹੁਰਿਆਂ ਦੀ ਭਰੀ ਹੋਈ ਸੀਗੀ। ਉਹ ਮੇਰੀਆਂ ਡਿਟੇਲਾਂ ਸਾਰੀਆਂ ਲੱਗੀਆਂ ਹੋਈਆਂ ਜੀ, ਸਾਰੀ ਵੈਰੀਫਿਕੇਸ਼ਨ ਹੋਈ ਹੈਗੀ ਮੇਰੀ SP ਹੈੱਡਕੁਆਟਰ ਵੱਲੋਂ ਜੀ। ਪਹਿਲਾਂ ਤਾਂ ਵੀਜ਼ਾ ਲੱਗਾ ਹੋਇਆ ਸੀਗਾ ਜੀ, ਉਹ ਫੀਸ ਇਹਨਾਂ ਨੇ ਭਰੀ ਹੋਈ ਸੀਗੀ। ਬਾਅਦ ਜੋ ਮਾੜਾ ਮੋਟਾ ਖਰਚਾ ਸੀਗਾ ਜੀ, ਜਿਵੇਂ ਵਿਆਹ ਦਾ ਲਾ ਲਓ ਜਾਂ ਕੋਈ ਕੱਪੜੇ ਦਾ ਜਾਂ ਕੋਈ ਟਿਕਟ ਵਗੈਰਾ, ਤਾਂ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ, ਜਾਂ ਉਹਨੂੰ ਡਾਲਰ ਦੇ ਕੇ ਭੇਜਿਆ ਸੀਗਾ, ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ ਜੀ। ਫਿਰ ਜਦੋਂ ਉਹ ਵਾਪਸ ਆ ਜਾਂਦੀ ਹੈ ਜੀ, ਦੁਬਾਰਾ 25 ਜੂਨ ਨੂੰ ਜਾਂਦੀ ਹੈਗੀ, ਫਿਰ ਉੱਥੋਂ ਨਵੇਂ ਸਿਰੇ ਤੋਂ ਮੇਰਾ ਸਾਰਾ ਖਰਚ ਸ਼ੁਰੂ ਹੁੰਦਾ ਗਾ ਜੀ। ਫਿਰ ਉੱਥੋਂ ਲੈ ਕੇ ਸਾਰਾ ਐਂਡ ਤੱਕ 2016 ਤੱਕ ਮੇਰਾ ਖਰਚਾ ਹੋਇਆ ਗਿਆ ਜੀ। 2015 ਦੇ ਵਿੱਚ ਮੈਂ ਲਾਸਟ ਫੀਸ ਤੋਰੀ ਹੈ ਜੀ, ਜੋ ਵੀ ਸੀਗਾ ਰਹਿਣ ਦਾ ਜਾਂ ਵਿਆਹ ਕੀਤਾ ਗਿਆ ਸੀ। ਵਿਆਹ ਦਾ ਖਰਚਾ ਤੁਹਾਡੇ ਵੱਲੋਂ ਸੀ ਕਿ ਕੁੜੀ ਵਾਲਿਆਂ ਵੱਲੋਂ ਸੀ? ਨਹੀਂ, ਵਿਆਹ ਦਾ ਖਰਚਾ ਮੇਰੇ ਵੱਲੋਂ ਸੀਗਾ ਜੀ। ਵਿਆਹ ਦਾ ਖਰਚਾ ਤੁਹਾਡੇ ਵੱਲੋਂ ਸੀ। ਕਿੰਨਾ ਕੁ ਖਰਚਾ ਆ ਗਿਆ ਸੀ ਵਿਆਹ 'ਤੇ? ਮੈਮ, ਸਾਡਾ ਕੋਈ ਵਿਆਹ 'ਤੇ ਜ਼ਿਆਦਾ ਖਰਚ ਨਹੀਂ ਸੀਗਾ, ਸਾਡਾ ਛੋਟਾ ਹੀ ਸੀਗਾ ਪ੍ਰੋਗਰਾਮ। ਮਤਲਬ ਕਿ ਮੇਰੇ ਰਿਸ਼ਤੇਦਾਰ ਸਾਰੇ ਸੀਗੇ ਜੀ। ਉਹਨਾਂ ਕੁ ਜਿੰਨਾ ਕੁ ਵੀ ਖਰਚਾ ਆਇਆ ਉਹ ਮੇਰੇ ਵੱਲੋਂ ਕੀਤਾ ਗਿਆ ਸੀਗਾ। ਉਹ ਸਾਰੀ ਡਿਟੇਲ ਹੈਗੀ ਆ ਜੀ ਮੇਰੇ ਕੋਲ। ਇਸ ਵਕਤ ਸਾਡੇ ਨਾਲ ਉਹਨਾਂ ਦੇ ਭੂਆ ਜੀ ਦੇ ਬੇਟੇ ਤੇ ਭੂਆ ਜੀ ਨੇ, ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ, ਜਦ ਇਹਨਾਂ ਨਾਲ ਐਡਾ ਵੱਡਾ ਇੱਕ ਕਵਾਂਗੇ ਹਾਦਸਾ ਹੀ ਹੋਇਆ ਹੈ ਨਾ, ਤੁਸੀਂ ਸਾਂਭਿਆ, ਕਿੱਦਾਂ ਦੇ ਹਾਲਾਤ ਦੇ ਵਿੱਚ ਸੀ ਜਦ ਤੁਸੀਂ ਗਏ ਇਹਨਾਂ ਕੋਲ? ਦੱਸਿਆ ਸੀ ਇਹਨਾਂ ਨੇ ਤੁਹਾਨੂੰ ਇਹ ਚੀਜ਼? ਨਹੀਂ, ਪਹਿਲਾਂ ਤਾਂ ਇਹਨਾਂ ਨੇ ਕੁਝ ਨਹੀਂ ਦੱਸਿਆ, ਵੀ ਫੋਨ 'ਤੇ ਵਧੀਆ ਗੱਲ ਕਰਦਾ ਹੁੰਦਾ ਸੀਗਾ। ਜਦੋਂ ਇਹ ਮੈਂਟਲੀ ਡਿਸਟਰਬ ਹੋ ਗਿਆ, ਮੈਂ ਫੋਨ ਲਾਏ, ਮੰਮਾ ਨੇ ਫੋਨ ਲਾਏ, ਇਹਨੇ ਫੋਨ ਚੱਕਣਾ ਬੰਦ ਕਰ ਦਿੱਤਾ ਸਾਡਾ। ਅਤੇ ਮੰਮੀ ਕਹਿੰਦੀ ਵੀ ਚੱਲ ਉਹਦੇ ਪਿੰਡ ਜਾ ਕੇ ਦੇਖ ਕੇ ਆ। ਜਦੋਂ ਮੈਂ ਦੇਖਿਆ ਇਹ ਉੱਥੇ ਗਰਮੀ ਹਾਲਤ, ਕੋਈ ਲਾਈਟ ਨਹੀਂ, ਕੁਛ ਨਹੀਂ, ਕਿਉਂਕਿ ਬਿਜਲੀ ਦਾ ਬਿੱਲ ਇਹਨੇ ਕੁਛ ਨਹੀਂ ਭਰਿਆ, ਇਹਦੀ ਲਾਈਟ ਵੀ ਕੱਟ ਦਿੱਤੀ ਸੀਗੀ। ਉੱਥੇ ਮੰਮੀ ਮੈਂਟਲੀ ਹਾਲਤ 'ਚ ਰਿਹਾ ਜੀ। ਫਿਰ ਅਸੀਂ ਨਾਲ ਲੈ ਕੇ ਆਏ, ਮੈਂ ਅਤੇ ਮੇਰੀ ਮੰਮੀ ਗੱਡੀ 'ਤੇ। ਇਹਨੂੰ ਫਿਰ ਮੈਡੀਸਨ ਵਗੈਰਾ ਦਵਾਈ, ਅਤੇ ਇੱਥੇ ਹੁਣ ਇਹ ਸਾਡੇ ਕੋਲ ਹੋ ਜਾਂਦਾ ਜੀ। ਪਿੰਡ ਨਹੀਂ ਜਾਂਦੇ? ਨਹੀਂ, ਪਿੰਡ ਤਾਂ ਤਾਲਾ ਲੱਗਿਆ ਜੀ ਉੱਥੇ। ਇਹਨੇ ਘਰ ਘਰ ਤੁਸੀਂ ਸਾਂਭ ਰਹੇ ਹੋ ਹੈ ਨਾ ਇਹਨਾਂ ਨੂੰ, ਕਦੇ ਕਮੀ ਮਹਿਸੂਸ ਹੋਣ ਦਿੱਤੀ ਹੈ ਮਾਂ ਦੀ? ਨਹੀਂ ਜੀ, ਜਦੋਂ ਇਹ ਬਹੁਤ ਢਿੱਲਾ ਮੱਠਾ ਹੋ ਗਿਆ ਸੀ, ਮੇਰਾ ਪੁੱਤ ਨੂੰ ਤੋਰਿਆ ਸੀ, ਜਾਂ ਫਿਰ ਇਹ ਗਏ ਨੇ ਮੇਰੇ ਬੇਟਾ ਲੈਣ ਗਿਆ, ਅਤੇ ਇਹਨੇ ਦੇਖਿਆ ਇਹ ਜਮੀ ਬੇਹੋਸ਼ ਹੋਇਆ ਸੀ। ਜੇ ਅਸੀਂ 2 ਦਿਨ 4 ਦਿਨ ਨਾ ਚੱਕ ਕੇ ਲਿਆਉਂਦੇ ਇਹਨੂੰ, ਇਹਦੀ ਡੈਥ ਹੋ ਜਾਂਦੀ ਉੱਥੇ। ਹਾਂ, ਕਦੇ ਕਦੇ ਹੁਣ ਵੀ ਮਨ ਉਦਾਸ ਕਰਦੇ ਨੇ ਉਹ ਗੱਲਾਂ ਸੋਚ? ਹੁਣ ਕਰਦਾ ਜੀ, ਹੁਣ ਬਹੁਤ
ਟੈਨਸ਼ਨ ਪਾ ਲੈਂਦਾ ਜੀ। ਫਿਰ ਅਸੀਂ ਬੇਟਾ ਬੇਟਾ ਕਰਕੇ ਇਹਨੂੰ ਚੰਗੀ ਤਰ੍ਹਾਂ ਹੱਸ ਕੇ ਨਾਲ ਗੱਲ ਕਰਦੇ ਹਾਂ ਜੀ। ਫਿਰ ਵੀ ਮਹਿਸੂਸ ਨਹੀਂ ਹੋਣ ਦਿੰਦੇ ਇਹਨੂੰ ਗੱਲ। ਤੁਹਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮੇਰਾ ਦੂਸਰਾ ਬੇਟਾ ਬਣ ਕੇ ਰਹਿੰਦਾ ਜੀ ਇਹ। ਹਾਂਜੀ। ਤੁਸੀਂ ਕਿੱਦਾਂ ਦੇਖਦੇ ਹੋ ਇਹਨਾਂ ਨੂੰ ਇੱਕ ਵੱਡੇ ਭਰਾ ਦੇ ਨਾਲ? ਮੈਂ ਆਦੇ ਵੱਡੇ ਭਾਈ ਵਾਂਗੂ ਹੀ ਸਮਝਦਾ ਇਹਨੂੰ। ਅੱਖਾਂ ਨਮ ਹੋ ਰਹੀਆਂ ਨੇ, ਕੀ ਕਾਰਨ ਹੈ? ਮੇਰੇ ਵੱਡੇ ਭਾਈ ਨਾ ਇਦਾਂ ਹੋਇਆ ਜੀ, ਬਹੁਤ ਦੁੱਖ ਦੀ ਗੱਲ ਹੈ ਜੀ। ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਹੌਸਲਾ ਰੱਖੋ। ਅੱਖਾਂ ਜਿਹੜੀਆਂ ਸੀ ਤੁਹਾਡੀਆਂ ਨਮ ਹੋ ਗਈਆਂ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡਾ ਭਰਾ ਜਿਹੜਾ ਦੱਸਿਆ ਵੀ ਬਹੁਤ ਢਿੱਲ ਵਰਤੀ ਜਾ ਰਹੀ ਹੈ, ਜਦ ਨਾਲ ਜਾਣਾ ਪੈਂਦਾ ਤਾਂ ਜਾਂਦੇ ਹੋ ਨਾਲ? ਹਾਂਜੀ, ਜਦੋਂ ਵੀ ਇਹਨੂੰ ਫੋਨ ਆਉਂਦਾ ਮੈਂ ਨਾਲ ਜਾਂਦਾ ਹੁੰਦਾ ਜੀ ਇਹਦੇ। ਤੇ ਉੱਥੇ ਕਈ ਵਾਰ ਇਹ ਗੱਲ ਕਰ ਲੈਂਦਾ, ਕਈ ਵਾਰ ਮੈਂ ਗੱਲ ਕਰ ਲੈਂਦਾ ਜੀ। ਤਾਂ ਕਰਕੇ ਤੁਹਾਡਾ ਭਰਾ ਸੀ ਇੱਕ ਭਰਾਵਾਂ ਦਾ ਬਹੁਤ ਜਿਹੜਾ ਬੌਂਡ ਮੰਨਿਆ ਜਾਂਦਾ, ਕਦੇ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀ ਸੀ ਗੱਲ ਜਦੋਂ ਉਹ ਚੀਜ਼ਾਂ ਤੋਂ ਇਹ ਜੂਝ ਰਹੇ ਸੀਗੇ? ਨਹੀਂ ਜੀ, ਇਹਨੇ ਮੈਨੂੰ ਤਾਂ ਕਦੇ ਦੱਸਿਆ ਨਹੀਂ ਗਾ ਵੀ ਐਂ ਕਰਕੇ ਉਹਨੂੰ ਹਾਰਟ ਹੋਊਗਾ ਜਾਂ ਇੱਦਾਂ ਵੀ। ਅਸੀਂ ਵੀ ਦੋਨੇ ਮੰਮੀ ਤੇ ਮੈਂ ਹੀ ਰਹਿੰਦੇ ਸੀਗੇ ਜੀ, ਤੇ ਤਾਂ ਕਰਕੇ ਇਹਨੇ ਸਾਨੂੰ ਕਦੇ ਦੱਸਿਆ ਨਹੀਂ। ਬਾਕੀ ਇਹ ਮੰਮਾ ਜੀ ਢਿੱਲੇ ਰਹਿੰਦੇ ਜੀ, ਪਹਿਲਾਂ ਲੁਧਿਆਣੇ ਦਾ ਰੱਖੇ, ਫਿਰ ਚੰਡੀਗੜ੍ਹ PGI ਦਾ ਰੱਖੇ ਵੀ ਉੱਧਰ ਫਿਰਦਾ ਸੀਗਾ ਜੀ। ਤਾਂ ਕਰਕੇ ਬਾਅਦ 'ਚ ਹੁਣ ਪਤਾ ਲੱਗਿਆ ਜੀ ਜਦੋਂ ਡੈਥ ਹੋ ਗਈ ਵੀ ਮੇਰੇ ਨਾਲ ਤਾਂ ਇੱਦਾਂ ਹੋਇਆ, ਤੇ ਵੀ ਮੇਰੀ ਮਾਂ ਨੂੰ ਵੀ ਇਹਦਾ ਸਾਲਾ ਹੀ ਹੈ ਜਿਹੜੇ ਧਮਕਾਈਆਂ ਦਿੰਦੇ ਸੀਗੇ। ਹਾਂਜੀ। ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮੰਗ ਰੱਖਦੇ ਹੋ? ਵੈਸੇ ਪਹਿਲਾਂ ਵਧੀਆ ਰਿਹਾ ਜੀ ਮੈਨੂੰ ਸਾਥ ਪੁਲਿਸ ਪ੍ਰਸ਼ਾਸਨ ਦਾ, ਪਰ ਇਹੀ ਮੰਗ ਹੈਗੀ ਮੇਰਾ ਅੱਗੇ ਵੀ ਵਧੀਆ ਸਾਥ ਦਿੱਤਾ ਜਾਵੇ ਜੀ। ਮੈਨੂੰ ਇਹ ਨਾ ਕਹਿਣਾ ਪਵੇ ਕਿਤੇ ਨਿਊਜ਼ ਚੈਨਲ 'ਤੇ, ਮੈਨੂੰ ਇਹ ਨਾ ਬੋਲਣਾ ਪਵੇ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਹੈਗੀ। ਵੈਸੇ ਹੁਣ ਤੱਕ ਵਧੀਆ ਸਾਥ ਦਿੱਤਾ ਜੀ ਉਹਨਾਂ ਨੇ। ਆਉਣ ਵਾਲੀ ਕਾਰਵਾਈ ਕੀ ਕਿਹਾ ਉਹਨਾਂ ਨੇ, ਕੀ ਕਰਨਗੇ? ਉਹ ਪਰਚਾ ਪਾਇਆ ਗਿਆ ਹੈ, ਕੁੜੀ ਦੇ ਜਿਹੜੇ ਪੇਰੈਂਟਸ ਨੇ ਪੇਸ਼ ਹੋਏ ਨੇ? ਨਹੀਂ, ਹਲੇ ਪੇਸ਼ ਨਹੀਂ ਹੋਏ ਜੀ ਉਹ। ਆਉਣ ਵਾਲੀ ਕਾਰਵਾਈ ਕਹਿੰਦੇ ਹੈਗੇ ਵੀ ਤੇਰੇ ਨਾਲ ਹੀ ਆਂਗੇ, ਕੋਈ ਚੱਕਰ ਨਹੀਂ ਵੀ ਉਹਨਾਂ ਨੂੰ ਪੇਸ਼ ਜਲਦੀ ਤੋਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਜੀ। ਹੁਣ ਦੇਖੋ ਕੀ ਕਰਦੇ ਹੈਗੀ ਅੱਗੇ। ਗੱਲਬਾਤ ਕੀਤੀ ਹੈ ਜਗਰਾਜ ਹੋਣਾ ਦੇ ਪਰਿਵਾਰ ਦੇ ਨਾਲ। ਆਪਾਂ ਦੇਖਿਆ ਵੀ ਕਿੰਨੇ ਜਿਹੜੇ ਨੌਜਵਾਨ ਨੇ ਉਹ ਇਸ ਚੀਜ਼ ਦੀ ਜਿਹੜੀ ਦਲਦਲ ਦੇ ਵਿੱਚ ਫਸੇ ਹੋਏ ਨੇ। ਕੁਝ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਬਹੁਤ ਢਿੱਲ ਵਰਤੀ ਜਾ ਰਹੀ ਹੈ। ਅਸੀਂ ਬੇਨਤੀ ਕਰਾਂਗੇ ਚੈਨਲ ਰਾਹੀਂ ਵੀ ਜਿਹੜੀ ਇੱਕ ਇਹਨੂੰ ਕੱਸਿਆ ਜਾਵੇ ਤਾਂ ਕਿ ਜਿਹੜੇ ਇਹੋ ਜਿਹੇ ਮਾਮਲੇ ਨੇ, ਕਿੰਨੇ ਪੁੱਤ ਨੇ, ਕਿੰਨੀਆਂ ਮਤਲਬ ਕੁਝ ਧੀਆਂ ਵੀ ਨੇ ਜਿਨ੍ਹਾਂ ਕਰਕੇ ਮੁੰਡੇ ਬਲੀ ਚੜ੍ਹ ਰਹੇ ਨੇ, ਜਿਨ੍ਹਾਂ ਦਾ ਪਰਿਵਾਰ ਇਹਨਾਂ ਦਾ ਤਾਂ ਸਾਰਾ ਕੁਝ ਖਤਮ ਹੋ ਗਿਆ ਆ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਮੈਨੂੰ ਹਿਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।